ਪ੍ਰਾਕਥਨ। ਇਸ ਸ਼ਬਦ ਵਿੱਚ ਇਸੇ ਵਿਸ਼ੇ ਦੀ ਪ੍ਰਸੰਗਲੀ ਚੱਲਦੀ ਹੈ ਕਿ ਕਰਮ ਹਉਮੈ ਦੀ ਮੈਲ ਕੱਟਣੇ ਨੂੰ ਸਮਰੱਥ ਨਹੀਂ, ਇਸ ਕਰਕੇ ਕਲਿਆਣਕਾਰੀ ਨਹੀਂ। ਹਉ ਦੀ ਮੈਲ ਗਿਆਨ ਨਾਲ ਉਤਰਦੀ ਹੈ, ਗਿਆਨ ਗੁਰੂ ਤੋਂ ਮਿਲਦਾ ਹੈ ਤੇ ਨਾਮ ਨਾਲ ਪ੍ਰਾਪਤ ਹੁੰਦਾ ਹੈ। ਸ੍ਰੀ ਰਾਗ ਮਹੱਲਾ ਤੀਜਾ। ਜਗ ਹਉਮੈ ਮੈਲ ਦੁਖ ਪਾਇਆ, ਮਲ ਲਾਗੀ ਦੂਜੈ ਪਾਏ। ਜੀਵ ਜਗਤ ਵਿੱਚ ਹਉਮੈ ਰੂਪੀ ਮੈਲ ਕਰਕੇ ਦੁੱਖ ਪਾ ਰਿਹਾ ਹੈ। ਇਹ ਮੈਲ ਮੈਂ ਮੇਰੀ ਰੂਪ ਦ્વੈਸ਼ ਭਾਵਨਾ ਦੇ ਫੁਰਨੇ ਕਰਕੇ ਇਸ ਨੂੰ ਲੱਗੀ ਹੈ। ਮਲ ਹਉਮੈ ਧੋਤੀ ਕਿਵੈ ਨ ਉਤਰੈ, ਜੇ ਸੌ ਤੀਰਥ ਨਹਾਏ। ਇਹ ਮੈਲ ਹਉਮੈ ਰੂਪੀ ਧੋਤਿਆਂ ਕਿਸੇ ਤਰ੍ਹਾਂ ਵੀ ਨਹੀਂ ਉਤਰਦੀ, ਭਾਵੇਂ ਕੋਈ ਸੈਂਕੜੇ ਤੀਰਥਾਂ ਤੇ ਜਾ ਕੇ ਇਸ਼ਨਾਨ ਪਿਆ ਕਰੇ। ਬਹੁ ਬਿਧ ਕਰਮ ਕਮਾਵਦੇ, ਦੂਣੀ ਮਲ ਲਾਗੀ ਆਏ। ਜੇ ਕੋਈ ਕਹੇ ਕਿ ਸ਼ਾਸਤਰਾਂ ਦੇ ਦੱਸੇ ਕਰਮਾਂ ਨਾਲ ਉਤਰਦੀ ਹੈ ਤਾਂ ਵੀ ਠੀਕ ਨਹੀਂ, ਕਿਉਂਕਿ ਜੋ ਬਹੁਤ ਪ੍ਰਕਾਰ ਦੇ ਕਰਮ ਕਰਦੇ ਹਨ ਉਹਨਾਂ ਨੂੰ ਇਹ ਮੈਲ ਦੂਣੀ ਹੋ ਕੇ ਆ ਲੱਗਦੀ ਹੈ। ਕਰਮ ਕਰਤ ਬਦੇ ਅਹਮੇਵ, ਗੌੜੀ ਕਬੀਰ। ਜਗ ਤਪ ਦਾਨ ਆਦ ਇਹ ਸਾਰੇ ਕਰਮ ਕਰ ਲਈਏ ਤਾਂ ਵੀ ਇਹ ਕਰਮਾਂ ਦੀ ਜਿਹੜੀ ਹਉਮੈ ਦੀ ਮੈਲ ਉਤਰਦੀ ਨਹੀਂ। ਪੜ੍ਹਿਐ ਮੈਲ ਨ ਉਤਰੈ, ਪੁੱਛੋ ਗਿਆਨੀਆਂ ਜਾਏ। ਕਿਉਂਕਿ ਉਹ ਕਰਮ ਕਰੀਦੇ ਹੀ ਹੋਂਦ ਦੇ ਆਸਰੇ ਹਨ। ਜੇ ਕਹੋ ਕਿ ਸ਼ਾਸਤਰ ਪੜ੍ਹਿਆਂ ਉਤਰ ਜਾਂਦੀ ਹੈ ਤਾਂ ਤੁਸੀਂ ਗਿਆਨੀਆਂ ਨੂੰ ਜਾ ਕੇ ਪੁੱਛ ਲਓ, ਉਹ ਦੱਸਣਗੇ ਕਿ ਪੜ੍ਹਨੇ ਮਾਤਰ ਨਾਲ ਹਉਮੈ ਦੀ ਮੈਲ ਨਹੀਂ ਲਹਿੰਦੀ। ਮਨ ਮੇਰੇ ਗੁਰ ਸਰਨ ਆਵੈ ਤਾਂ ਨਿਰਮਲ ਹੋਏ। ਹੇ ਮੇਰੇ ਮਨ, ਇਸ ਮੈਲ ਤੋਂ ਮੈਲ ਰਹਿਤ ਤਾਂ ਹੀ ਹੋਵੇਂਗਾ ਜੇ ਗੁਰੂ ਦੀ ਸ਼ਰਨ ਵਿੱਚ ਆਵੇਂਗਾ। ਮਨਮੁਖ ਹਰ ਹਰ ਕਰ ਥਕੇ, ਮੈਲ ਨਾ ਸਕੀ ਧੋਏ। ਰਹਾਉ। ਦੇਖ ਮਨਮੁਖ ਲੋਕ ਭਾਵ ਗੁਰੂ ਸ਼ਰਨ ਤੋਂ ਵਿਰਵੇ ਮਨ ਦੇ ਮਗਰ ਲੱਗਣ ਵਾਲੇ ਹਰ ਹਰ ਵੀ ਕਰਦੇ ਥੱਕ ਗਏ, ਪਰ ਮੈਲ ਨਹੀਂ ਧੋਤੀ ਜਾ ਸਕੀ। ਰਹਾਉ। ਮਨ ਮੈਲੇ ਮੈਲੇ ਮੋਏ, ਜਾਸਨ ਪਤ ਗਵਾਏ। ਇਹ ਨਿਯਮ ਹੈ ਕਿ ਮੈਲੇ ਮਨ ਨਾਲ ਭਗਤੀ ਨਹੀਂ ਹੋ ਸਕਦੀ, ਮੈਲੇ ਮਨ ਨਾਲ ਨਾਮ ਪ੍ਰਾਪਤ ਨਹੀਂ ਹੁੰਦਾ। ਮਨ ਮੁਖ ਮੈਲੇ ਮੈਲੇ ਮੋਏ, ਜਾਸਨ ਪਤ ਗਵਾਏ। ਮਨਮੁਖ ਭਾਵ ਗੁਰੂ ਨੂੰ ਨਾ ਮੰਨਣ ਵਾਲੇ, ਮਨ ਦੇ ਮਗਰ ਲੱਗਣ ਵਾਲੇ ਮੈਲੇ ਜੰਮਦੇ ਜਿਉਂਦੇ ਜੀ ਮੈਲੇ ਰਹਿੰਦੇ ਹਨ, ਮੈਲੇ ਹੀ ਮਰ ਜਾਂਦੇ ਹਨ। ਇਉਂ ਹਰ ਜਨਮ ਵਿੱਚ ਉਹ ਆਪਣੀ ਪਤ ਗਵਾ ਜਾਣਗੇ, ਜੋ ਪਤ ਕੇ ਸਾਈਂ ਦਰਬਾਰ ਵਿੱਚ ਲੋੜੀਂਦੀ ਹੁੰਦੀ ਹੈ ਤੇ ਗੁਰੂ ਬਖਸ਼ੇ ਨਾਮ ਜਪਣ ਨਾਲ ਬਣਦੀ ਹੈ। ਗੁਰ ਪ੍ਰਸਾਦੀ ਮਨ ਵਸੈ, ਮਲ ਹਉਮੈ ਜਾਏ ਸਮਾਏ। ਹਾਂ, ਜਦੋਂ ਗੁਰੂ ਦੀ ਕਿਰਪਾ ਨਾਲ ਨਾਮ ਮਨ ਵਿੱਚ ਆ ਵਸਦਾ ਹੈ ਤਦੋਂ ਹਉਮੈ ਰੂਪੀ ਮੈਲ ਸਮਾ ਜਾਂਦੀ ਹੈ, ਭਾਵ ਨਾਸ਼ ਹੋ ਜਾਂਦੀ ਹੈ। ਸਮਾ ਜਾਣ ਦੇ ਅਰਥ ਮੁਹਾਵਰੇ ਵਿੱਚ ਮਰ ਜਾਂਦੇ ਹਨ, ਪਰ ਇਉਂ ਵੀ ਲਾਉਂਦੇ ਹਨ ਹਉਮੈ ਜਾਏ, ਭਾਵ ਹਉਮੈ ਦੂਰ ਹੋ ਜਾਂਦੀ ਹੈ ਤੇ ਉਹ ਜਾਏ ਸਮਾਏ ਸਾਈਂ ਵਿੱਚ ਸਮਾ ਜਾਂਦੇ ਹਨ। ਜਿਉ ਅੰਧੇਰੈ ਦੀਪਕ ਬਾਲੀਐ, ਤਿਉ ਗੁਰ ਗਿਆਨ ਅਗਿਆਨਤ ਜਾਏ। ਜਿਵੇਂ ਹਨੇਰੇ ਵਿੱਚ ਦੀਵਾ ਬਾਲੀਏ ਤਾਂ ਹਨੇਰਾ ਦੂਰ ਹੋ ਜਾਂਦਾ ਹੈ, ਤਿਵੇਂ ਗੁਰੂ ਦੇ ਗਿਆਨ ਦੀਪਕ ਦੇ ਬਲਣੇ ਕਰਕੇ ਅਗਿਆਨ ਦਾ ਹਨੇਰਾ ਦੂਰ ਹੋ ਜਾਂਦਾ ਹੈ। ਹਮ ਕੀਆ ਹਮ ਕਰਹਿਗੇ, ਹਮ ਮੂਰਖ ਗਾਵਾਰ। ਪਰ ਹਉਮੈ ਹਨੇਰੇ ਵਿੱਚ ਫਾਥੇ ਮਨਮੁਖ ਆਖਦੇ ਹਨ, ਅਸਾਂ ਕੀਤਾ ਹੈ, ਅਸੀਂ ਕਰਾਂਗੇ। ਐਸੇ ਮੈਂ ਕਹਿਣ ਵਾਲੇ ਮੂਰਖ ਤੇ ਗੁਆਰ ਹਨ। ਅਥਵਾ ਜੋ ਕਹਿੰਦੇ ਹਨ ਕਿ ਅਸੀਂ ਮੂਰਖ ਗਵਾਰ ਹਾਂ।
ਕਰਨੈ ਵਾਲਾ ਵਿਸਰਿਆ, ਦੂਜੈ ਭਾਏ ਪਿਆਰ। ਉਹਨਾਂ ਨੂੰ ਕਰਨੇ ਵਾਲਾ ਕਰਤਾਰ ਭੁੱਲ ਗਿਆ ਹੈ, ਉਹਨਾਂ ਦਾ ਪਿਆਰ ਦੁਐਤਾ ਭਾਵਨਾ ਵਿੱਚ ਹੈ, ਭਾਵ ਜੋ ਵਾਹਿਗੁਰੂ ਦੀ ਥਾਂ ਮਾਇਆ ਦੇ ਪ੍ਰੇਮ ਵਿੱਚ ਹਨ। ਉਹ ਦੁਖੀ ਹਨ ਕਿਉਂਕਿ ਮਾਇਆ ਜੀਵੜ ਦੁਖ ਨਹੀਂ, ਸਭ ਭਾਵ ਥਕੇ ਸੰਸਾਰ। ਕਿਉਂਕਿ ਮਾਇਆ ਜਿੱਡਾ ਦੁੱਖ ਹੋਰ ਕੋਈ ਨਹੀਂ। ਲੋਕੀ ਸੰਸਾਰ ਸਾਰੇ ਵਿੱਚ ਫਿਰੇ ਹਨ, ਪਰ ਫਿਰ ਕੇ ਥੱਕ ਹੀ ਗਏ ਹਨ। ਇਹ ਦੁੱਖ ਦੂਰ ਨਹੀਂ ਹੋਇਆ। ਗੁਰਮਤਿ ਸੁਖ ਪਾਈਐ, ਸਚ ਨਾਮ ਉਰ ਧਾਰ। ਸੱਚ ਇਹੋ ਹੈ ਕਿ ਗੁਰੂ ਦੀ ਸਿੱਖਿਆ ਦੁਆਰਾ ਤੇ ਉਸ ਦੇ ਦਿੱਤੇ ਸੱਚੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਨੇ ਨਾਲ ਸੁਖ ਪਾਈਦਾ ਹੈ। ਜਿਸ ਨੂੰ ਮਿਲੇ ਸੋ ਮਿਲੈ, ਹਉ ਤਿਸ ਬਲਿਹਾਰੈ ਜਾਉ। ਜਿਸ ਨੂੰ ਵਾਹਿਗੁਰੂ ਗੁਰੂ ਮੇਲੇ, ਉਹੀ ਗੁਰਾਂ ਦੁਆਰਾ ਹਰੀ ਨੂੰ ਮਿਲਦਾ ਹੈ। ਮੈਂ ਉਸ ਤੋਂ ਸਦਕੇ ਜਾਂਦਾ ਹਾਂ। ਇਹ ਮਨ ਭਗਤੀ ਰਤਿਆ, ਸੱਚ ਬਾਣੀ ਨਿਜ ਥਾਉ। ਇਸ ਮਨ ਦੇ ਭਗਤੀ ਭਾਵ ਵਿੱਚ ਰਚ ਜਾਣੇ ਕਰਕੇ ਇਹ ਸੱਚੀ ਬਾਣੀ ਨਾਮ ਵਿੱਚ ਰਚ ਜਾਂਦਾ ਹੈ। ਸੱਚੇ ਨਾਮ ਵਿੱਚ ਰਚ ਜਾਣੇ ਕਰਕੇ ਆਪਣੇ ਟਿਕਾਣੇ ਅਰਥਾਤ ਨਿਜ ਸਰੂਪ ਵਿੱਚ ਟਿਕ ਜਾਂਦਾ ਹੈ। ਅੰਦਰ ਦੀ ਅਵਸਥਾ ਇਹ ਹੁੰਦੀ ਹੈ, ਮਨ ਰਤੇ ਜਿਹਵਾ ਰਤੀ, ਹਰ ਗੁਣ ਸੱਚੇ ਗਾਓ। ਨਾਲੇ ਮਨ ਵਿੱਚ ਨਾਮ ਦੇ ਰਚ ਜਾਣੇ ਕਰਕੇ ਜੀਭ ਵੀ ਸੱਚੇ ਹਰੀ ਦੇ ਗੁਣ ਗਾਉਣ ਲੱਗ ਰਹਿੰਦੀ ਹੈ, ਗੁਣ ਗਾਉਣ ਵਿੱਚ ਰੰਗੀ ਰਹਿੰਦੀ ਹੈ। ਨਾਨਕ ਨਾਮ ਨਾ ਵਿਸਰੈ, ਸੱਚੇ ਮਾਹਿ ਸਮਾਉ। ਹੇ ਨਾਨਕ, ਮੇਰੀ ਅਭਲਾਖਾ ਇਹੋ ਹੈ ਕਿ ਮੈਨੂੰ ਨਾਮ ਨਾ ਵਿਸਰੇ ਤੇ ਨਾਮ ਦੁਆਰਾ ਮੈਂ ਸੱਚੇ ਨਾਮ ਵਿੱਚ ਸਮਾ ਜਾਵਾਂ। ਵਿਆਖਿਆ। ਇਸ ਸ਼ਬਦ ਵਿੱਚ ਹਉਮੈ ਨੂੰ ਮੈਲ ਕਿਹਾ ਹੈ। ਇਸ ਦੇ ਦੂਰ ਕਰਨੇ ਤੇ ਸੁੱਖ ਮਿਲਦਾ ਹੈ। ਜਗਤ ਇਸ ਕਰਕੇ ਦੁਖੀ ਹੈ। ਸਭ ਕੋਈ ਹਉ ਹਉ ਕਰਦਾ ਹੈ, ਸਭ ਕੋਈ ਮੇਰੀ ਮੇਰੀ ਨੂੰ ਪਕੜਦਾ ਹੈ। ਇਹ ਹਉਮੈ ਹੈ। ਜਦ ਇਸ ਨੂੰ ਵਰਤੋਂ ਵਿੱਚ ਲਿਆਉਂਦਾ ਹੈ ਤਾਂ ਸਵਾਰਥ ਪਰਤਾ ਬਣਦੀ ਹੈ। ਸਭ ਕੋਈ ਖੁਦ ਗਰਜੀ ਵਿੱਚ ਵਰਤਦਾ ਹੈ, ਆਪ ਨੂੰ ਲੋਚਦਾ ਹੈ, ਦੂਸਰੇ ਦਾ ਭਲਾ ਨਹੀਂ ਲੋਚਦਾ, ਸਗੋਂ ਦੂਸਰੇ ਦੀ ਹਾਨੀ ਤੇ ਵੀ ਲਾਭ ਲੈਂਦਾ ਹੈ। ਇਸ ਤੋਂ ਪਰਸਪਰ ਰਗੜਾਂ, ਵਖੇਵੇਂ, ਦੂਰੀਆਂ, ਉਪਰਾਮਤਾ, ਵੈਰ ਵਿਰੋਧ, ਝਗੜੇ ਲੜਾਈਆਂ ਤੁਰਦੇ ਹਨ। ਇੱਕ ਤਾਂ ਜਗਤ ਇਉਂ ਦੁਖੀ ਹੈ, ਦੂਜੇ ਇਸ ਹਉਮ ਬ੍ਰਿਤੀ ਨਾਲ ਇਹ ਕਰਤਾਰ ਤੋਂ ਵਿਛੜ ਰਿਹਾ ਹੈ। ਕਰਤਾਰ ਤੋਂ ਵਿਛੜ ਕੇ ਇਸ ਦੀ ਪ੍ਰੀਤ ਅਨਾਤਮ ਨਾਲ ਪੈ ਜਾਂਦੀ ਹੈ, ਅਰਥਾਤ ਮਾਇਆ ਨਾਲ। ਸੋ ਪਰਮਾਤਮਾ ਨੂੰ ਪ੍ਰਾਪਤ ਨਹੀਂ ਹੁੰਦਾ, ਜੋ ਸदैਵੀ ਸੁੱਖ ਦਾ ਮੁਕਾਮ ਹੈ। ਮਾਇਆ ਪ੍ਰੇਮੀ ਮਾਇਆ ਵਿੱਚ ਰਹਿੰਦਾ ਹੈ, ਇਸ ਕਰਕੇ ਜਨਮ ਮਰਨ ਦਾ ਦੁੱਖ ਬਣਿਆ ਰਹਿੰਦਾ ਹੈ। ਇਸ ਹਉ ਦੀ ਮੈਲ ਪੜ੍ਹਨੇ ਮਾਤਰ ਨਾਲ, ਤੀਰਥ ਨਹਾਉਣੇ ਨਾਲ, ਹੋਰ ਹਰ ਤਰ੍ਹਾਂ ਦੇ ਦੱਸੇ ਕਰਮਾਂ ਨਾਲ ਨਹੀਂ ਉਤਰਦੀ, ਕਿਉਂਕਿ ਇਹਨਾਂ ਨਾਲ ਮੈਂ ਮੇਰੀ ਉਸੇ ਤਰ੍ਹਾਂ ਬਣੀ ਰਹਿੰਦੀ ਹੈ, ਸਗੋਂ ਵੱਧਦੀ ਰਹਿੰਦੀ ਹੈ। ਇਸ ਦਾ ਦਾਰੂ ਹੈ ਗੁਰੂ ਕੀ ਸ਼ਰਨ, ਤੇ ਸ਼ਰਨ ਪ੍ਰਾਪਤ ਹੋ ਕੇ ਨਾਮ ਦੀ ਪ੍ਰਾਪਤੀ, ਨਾਮ ਤੋਂ ਭਗਤੀ ਭਾਵ ਦੀ ਪ੍ਰਾਪਤੀ, ਤੇ ਭਗਤੀ ਤੋਂ ਗਿਆਨ ਦੀ ਪ੍ਰਾਪਤੀ। ਐਸਾ ਪੁਰਖ ਮਨ ਕਰਕੇ ਨਾਮ ਨਾਲ ਰੰਗਿਆ ਰਹਿੰਦਾ ਹੈ, ਰਸਨਾ ਕਰਕੇ ਸਿਫਤ ਸਲਾਹ ਵਿੱਚ ਰਹਿੰਦਾ ਹੈ, ਤੇ ਅੰਤ ਸੱਚੇ ਵਿੱਚ ਲੀਨ ਹੋ ਜਾਂਦਾ ਹੈ। ਸੂਚਨਾ। ਇਸ ਸ਼ਬਦ ਦੇ ਅੰਤ ਅੰਕ ਇਉਂ ਹਨ। 4 ਅੰਕ ਹੈ ਇਸ ਸ਼ਬਦ ਦੇ ਪਦਿਆਂ ਦਾ, ਜੋ 4 ਹਨ। 33 ਅੰਕ ਹੈ ਪਹਿਲੀ ਪਾਤਸ਼ਾਹੀ ਦੇ ਪਿੱਛੇ ਆਏ ਚੌਪਦਿਆਂ ਦੇ ਜੋੜ ਦਾ। 31 ਅੰਕ ਹੈ ਤੀਸਰੀ ਪਾਤਸ਼ਾਹੀ ਦੇ ਸ਼ਬਦਾਂ ਦਾ ਜੋੜ, ਜੋ ਇੱਥੇ ਮੁੱਕੇ ਹਨ। 64 ਜੋੜ ਹੈ ਸ੍ਰੀ ਰਾਗ ਵਿੱਚ ਇੱਥੋਂ ਤੱਕ ਆਏ ਮਹੱਲਾ ਪਹਿਲਾ ਤੇ ਮਹੱਲਾ ਤੀਜਾ ਦੇ ਸਾਰੇ ਚੌਪਦਿਆਂ ਦਾ। ਸ੍ਰੀ ਰਾਗ ਦੇ ਤੀਸਰੀ ਪਾਤਸ਼ਾਹੀ ਦੇ ਚੌਪਦੇ ਸਮਾਪਤ। ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਚੌਪਦੇ ਆਰੰਭ। ਪ੍ਰਾਕਥਨ। ਇਸ ਸ਼ਬਦ ਵਿੱਚ ਗੁਰੂ ਦੀ ਲੋੜ ਨਿਰੂਪਣ ਕੀਤੀ ਹੈ। ਸ੍ਰੀ ਰਾਗ ਮਹੱਲਾ ਚੌਥਾ, ਘਰ ਪਹਿਲਾ।
ਮੈਂ ਮਨ ਤਨ ਬਿਰਹੋ ਅਤ ਅਗਲਾ, ਕਿਉ ਪ੍ਰੀਤਮ ਮਿਲੈ ਘਰ ਆਏ। ਮੇਰੇ ਮਨ ਤੇ ਸਰੀਰ ਵਿੱਚ ਵਿਛੋੜੇ ਦੀ ਪੀੜਾ ਅਤ ਦੀ ਬਹੁਤੀ ਹੋ ਰਹੀ ਹੈ ਕਿ ਕਿਵੇਂ ਪਿਆਰਾ ਮੈਨੂੰ ਘਰ ਆ ਮਿਲੇ। ਜਾ ਦੇਖਾ ਪ੍ਰਭ ਆਪਣਾ, ਪ੍ਰਭ ਦੇਖਿਐ ਦੁਖ ਜਾਏ। ਕਿਉਂਕਿ ਮੈਨੂੰ ਪਤਾ ਹੈ ਕਿ ਜਦੋਂ ਮੈਂ ਆਪਣਾ ਸੁਆਮੀ ਦੇਖਾਂਗੀ, ਉਸ ਦੇ ਦੇਖਦੇ ਸਾਰ ਹੀ ਮੇਰਾ ਇਹ ਵਿਛੋੜੇ ਦਾ ਦੁੱਖ ਦੂਰ ਹੋਵੇਗਾ। ਜਾਏ ਪੁੱਛਾ ਤਿਨ ਸੱਜਣਾ, ਪ੍ਰਭ ਕਿਤ ਬਿਦ ਮਿਲੈ ਮਿਲਾਏ। ਸੋ ਹੁਣ ਮੈਂ ਉਹਨਾਂ ਆਪਣੇ ਸੱਜਣਾ ਅਰਥਾਤ ਸਤਿਗੁਰਾਂ ਨੂੰ ਜਾ ਕੇ ਪੁੱਛਾਂ ਕਿ ਵਾਹਿਗੁਰੂ ਕਿਸ ਵਿਧੀ ਨਾਲ ਮਿਲਦਾ ਹੈ। ਉਸ ਵਿਧੀ ਨਾਲ ਉਹ ਮੈਨੂੰ ਮਿਲਾ ਦਿਓ। ਮੇਰੇ ਸਤਿਗੁਰਾ, ਮੈਂ ਤੁਝ ਬਿਨ ਅਵਰ ਨਾ ਕੋਇ। ਹੇ ਮੇਰੇ ਸਤਿਗੁਰ, ਤੇਰੇ ਬਿਨਾ ਮੇਰਾ ਹੋਰ ਕੋਈ ਆਸਰਾ ਹੈ ਨਹੀਂ। ਹਮ ਮੂਰਖ ਮੁਗਧ ਸਰਨਾਗਤੀ, ਕਰ ਕਿਰਪਾ ਮੇਲੇ ਹਰਿ ਸੋਇ। ਰਹਾਉ। ਅਸੀਂ ਮੂਰਖ ਹਾਂ, ਅਸੀਂ ਮੂੜ ਹਾਂ, ਪਰ ਆਪ ਦੀ ਸ਼ਰਨ ਆਏ ਹਾਂ। ਸਾਡੇ ਉੱਤੇ ਕਿਰਪਾ ਕਰੋ। ਐਸੀ ਕਿਰਪਾ ਕਰੋ ਕਿ ਉਹ ਹਰੀ ਸਾਨੂੰ ਆਪਣੇ ਨਾਲ ਮੇਲ ਲਵੇ। ਇਉਂ ਵੀ ਲਾਉਂਦੇ ਹਨ, ਸਾਨੂੰ ਹਰੀ ਨਾਲ ਮੇਲ ਲਵੋ। ਰਹਾਉ। ਪ੍ਰਸ਼ਨ, ਗੁਰੂ ਕੀ ਸ਼ਰਨ ਕਿਉਂ ਲੈਂਦੇ ਹੋ? ਉੱਤਰ, ਸਤਿਗੁਰ ਦਾਤਾ ਹਰ ਨਾਮ ਕਾ, ਪ੍ਰਭ ਆਪ ਮਿਲਾਵੈ ਸੋਇ। ਸਤਿਗੁਰੂ ਹਰੀ ਨਾਮ ਦਾ ਦਾਤਾ ਹੈ, ਪ੍ਰਭੂ ਆਪ ਉਸ ਨੂੰ ਸਾਡੇ ਨਾਲ ਮਿਲਾਉਂਦਾ ਹੈ। ਸਤਿਗੁਰ ਹਰ ਪ੍ਰਭ ਬੁੱਝਿਆ, ਗੁਰ ਜੇ ਵਡ ਅਵਰ ਨਾ ਕੋਇ। ਉਸ ਸਤਿਗੁਰੂ ਨੇ ਹਰੀ ਪ੍ਰਭੂ ਨੂੰ ਅਨੁਭਵ ਕਰ ਲਿਆ ਹੈ, ਸੋ ਗੁਰੂ ਜੇਡਾ ਵੱਡਾ ਹੋਰ ਕੋਈ ਨਹੀਂ ਹੈ। ਇਸ ਲਈ ਚਾਹੁੰਦਾ ਹਾਂ, ਹਉ ਗੁਰ ਸਰਨਾਈ ਢਹਿ ਪਵਾ, ਕਰ ਦਇਆ ਮੇਲੇ ਪ੍ਰਭ ਸੋਇ। ਕਿ ਮੈਂ ਗੁਰੂ ਦੀ ਸ਼ਰਨ ਵਿੱਚ ਡਿੱਗ ਪਵਾਂ, ਤਾਂ ਜੋ ਗੁਰੂ ਦਇਆ ਕਰਕੇ ਉਹ ਪ੍ਰਭੂ ਮੈਨੂੰ ਮਿਲਾ ਦੇਵੇ। ਮਨ ਹਠ ਕਿਨੈ ਨਾ ਪਾਇਆ, ਕਰ ਉਪਾਵ ਥਕੇ ਸਭ ਕੋਇ। ਫਿਰ ਗੁਰੂ ਕੀ ਸ਼ਰਨ ਇਸ ਲਈ ਲੈਣੀ ਹੈ ਕਿ ਤਜਰਬੇ ਨਾਲ ਸਿੱਧ ਹੋ ਚੁੱਕਾ ਹੈ ਕਿ ਮਨ ਦੇ ਹਠ ਨਾਲ ਕਿਸੇ ਨੇ ਪ੍ਰਭੂ ਨਹੀਂ ਪਾਇਆ। ਸਭ ਕੋਈ ਮਨ ਦੇ ਹਠ ਨਾਲ ਕੀਤੇ ਜਾਣ ਵਾਲੇ ਉਪਾਵ ਕਰਕੇ ਥੱਕ ਲੱਥੇ ਹਨ। ਸਹਿਸ ਸਿਆਣਪ ਕਰ ਰਹੇ, ਮਨ ਕੋਰੈ ਰੰਗ ਨ ਹੋਇ। ਫਿਰ ਸਿਆਣਪਾਂ ਵਾਲੇ ਚਤੁਰ ਲੋਕ ਹਜ਼ਾਰਾਂ ਸਿਆਣਪਾਂ ਵਰਤ ਚੁੱਕੇ ਹਨ, ਪਰ ਉਹਨਾਂ ਦੇ ਕੋਰੇ ਮਨ ਉੱਤੇ ਪ੍ਰੇਮ ਦਾ ਰੰਗ ਨਹੀਂ ਚੜ੍ਹਿਆ। ਕੂੜ ਕਪਟ ਕਿਨੈ ਨਾ ਪਾਇਓ, ਜੋ ਬੀਜੈ ਖਾਵੈ ਸੋਇ। ਫਿਰ ਕੂੜ ਕਪਟ ਕਰਕੇ ਵੀ ਕਿਸੇ ਨੇ ਪ੍ਰਭੂ ਨਹੀਂ ਪਾਇਆ। ਇਹ ਸਾਰੇ ਕਰਮ ਜਾਲ ਵਿੱਚ ਹੋਣ ਕਰਕੇ ਇਸ ਨਿਯਮ ਦੇ ਹੇਠ ਹਨ ਕਿ ਜੋ ਕੁਛ ਬੀਜੇਗਾ ਸੋਈ ਕੁਛ ਖਾਵੇਗਾ। ਭਾਵ ਜਿਹੇ ਕਰਮ ਕਰੇਗਾ ਤੇਹ ਭੋਗ ਭੋਗੇਗਾ। ਸਭਨਾ ਤੇਰੀ ਆਸ ਪ੍ਰਭ, ਸਭ ਜੀ ਤੇਰੇ ਤੂੰ ਰਾਸ। ਹੁਣ ਦਇਆ ਦੇ ਘਰ ਵਿੱਚ ਆ ਕੇ ਸਭ ਜੀਵਾਂ ਲਈ ਅਰਦਾਸ ਕਰਦੇ ਹਨ, ਹੇ ਪ੍ਰਭੂ, ਸਾਰੇ ਜੀਵ ਤੇਰੇ ਹਨ, ਤੂੰ ਹੀ ਇਹਨਾਂ ਦੀ ਰਾਸ ਮੂੜੀ ਹੈ, ਅਥਵਾ ਤੂੰ ਸਭਨਾਂ ਨੂੰ ਪ੍ਰਾਣਾ ਰੂਪੀ ਰਾਸ ਪੂੰਜੀ ਦੇ ਰਿਹਾ ਹੈ। ਇਸ ਕਰਕੇ ਸਭਨਾਂ ਨੂੰ ਆਸ ਤੇਰੇ ਉੱਤੇ ਹੀ ਹੈ। ਪ੍ਰਭ ਤੁਧੋ ਖਾਲੀ ਕੋ ਨਹੀਂ, ਦਰ ਗੁਰਮੁਖਾ ਨੋ ਸਾਬਾਸ। ਹਾਂ, ਤੇਰੇ ਦਰੋਂ ਦਾਤ ਮੰਗਣ ਆਇਆ ਕੋਈ ਖਾਲੀ ਨਹੀਂ ਮੁੜਦਾ, ਪਰ ਤੇਰੇ ਦਰ ਪ੍ਰਭੂ ਜੀਓ ਸ਼ਾਬਾਸ਼ ਗੁਰਮੁਖਾਂ ਨੂੰ ਮਿਲਦੀ ਹੈ, ਕਿਉਂਕਿ ਉਹਨਾਂ ਨੇ ਤੈਥੋਂ ਨਾਮ ਦੀ ਦਾਤ ਲੈ ਕੇ ਕਮਾਈ ਕੀਤੀ ਹੁੰਦੀ ਹੈ। ਬਾਕੀ ਜੀਵ ਬਿਖ ਭੌਜਲ ਡੁੱਬਦੇ ਕੱਢ ਲੈ, ਜਨ ਨਾਨਕ ਕੀ ਅਰਦਾਸ। ਬਾਕੀ ਜੀਵ ਵਿਸ਼ਿਆਂ ਦੇ ਜਲ ਨਾਲ ਭਰੇ ਸਮੁੰਦਰ ਵਿੱਚ ਡੁੱਬ ਰਹੇ ਹਨ,
ਮਿਹਰ ਕਰਕੇ ਇਸ ਸਮੁੰਦਰ ਵਿੱਚੋਂ ਡੁੱਬਦਿਆਂ ਨੂੰ ਕੱਢ ਲੈ। ਇਹ ਦਾਸ ਨਾਨਕ ਦੀ ਅਰਦਾਸ ਹੈ। ਵਿਆਖਿਆ। ਅੰਕ 1 ਵਿੱਚ ਵਾਹਿਗੁਰੂ ਮਿਲਾਪ ਦੀ ਅਤ ਤ੍ਰਿਖੀ ਲਗਨ ਤੇ ਬਿਰਹਾ ਦੀ ਪੀੜਾ ਦਾ ਵਰਣਨ ਕੀਤਾ ਹੈ। ਉਸ ਦਾ ਉਪਾਵ ਗੁਰੂ ਕੀ ਸ਼ਰਨ ਦੱਸਿਆ ਹੈ। ਫਿਰ ਕਾਰਨ ਦੱਸੇ ਹਨ ਕਿ ਗੁਰੂ ਦੀ ਸ਼ਰਨ ਕਿਉਂ ਲੈਣੀ ਹੈ। ਉਹ ਇਹ ਕਿ ਉਹ ਵਾਹਿਗੁਰੂ ਨੂੰ ਅਨੁਭਵ ਕਰਦਾ ਹੈ, ਉਹ ਪੂਰਨ ਬ੍ਰਹਮ ਗਿਆਨੀ ਹੈ। ਫਿਰ ਉਹ ਸੰਸਾਰ ਤੋਂ ਜੁਦਾ ਹੋ ਬੈਠਾ ਗਿਆਨੀ ਨਹੀਂ। ਉਹ ਹੋਰਨਾਂ ਨੂੰ ਹਰੀ ਨਾਮ ਦਾ ਦਾਤਾ ਹੈ। ਕੇਵਲ ਨਾਮ ਦੇ ਕੇ ਅਟੰਕ ਨਹੀਂ ਹੋ ਜਾਂਦਾ, ਉਸ ਨਾਲ ਨਿਜ ਦਇਆ ਕਰਦਾ ਹੈ ਤੇ ਪ੍ਰਭੂ ਨਾਲ ਮੇਲ ਕਰਾਉਣ ਤੱਕ ਸਿੱਖ ਦੀ ਸਹਾਇਤਾ ਕਰਦਾ ਅੰਤ ਮਿਲਾ ਦਿੰਦਾ ਹੈ। ਇੱਥੇ ਅੰਕ 2 ਮੁੱਕਦਾ ਹੈ। ਫਿਰ ਪ੍ਰਸ਼ਨ ਹੋ ਜਾਂਦਾ ਹੈ ਕਿ ਗੁਰੂ ਦੀ ਸ਼ਰਨ ਦੀ ਕੀ ਲੋੜ ਹੈ। ਕੀ ਆਪਣੇ ਮਨ ਦੀ ਸਮਝ ਨਾਲ ਗੁਰੂ ਤੋਂ ਬਿਨਾ ਮਨ, ਹਠ, ਤਾਪ ਆਦਿ ਸਾਧਨ ਕਾਫੀ ਨਾ ਹੋਣਗੇ? ਇਸ ਦਾ ਉੱਤਰ ਦਿੰਦੇ ਹਨ ਕਿ ਇਸ ਪ੍ਰਕਾਰ ਦੇ ਉਪਾਅ ਕਈਆਂ ਨੇ ਕੀਤੇ, ਪਰ ਹਾਂਡ ਹੀ ਪੱਲੇ ਪਈ। ਉਹ ਅੰਤ ਥੱਕ ਕੇ ਰਹਿ ਗਏ। ਇਹ ਉਹਨਾਂ ਤੋਂ ਪਤਾ ਕਰ ਲਓ। ਫਿਰ ਪ੍ਰਸ਼ਨ ਹੋ ਜਾਂਦਾ ਹੈ ਕਿ ਮਾਨੋ ਕਿ ਮਤਾਂ ਸਿਆਣਪਾਂ ਨਾਲ ਮਿਲ ਜਾਂਦਾ ਹੋਵੇ, ਅਰਥਾਤ ਵਿਦਿਆ ਦੀ ਚਾਤੁਰਤਾ, ਜੋਗ, ਗਿਆਨ, ਕਰਮ ਦੇ ਸ਼ਾਸਤਰ ਪੜ੍ਹਨੇ ਨਾਲ ਸੋਝੀ ਪੈ ਜਾਂਦੀ ਹੋਵੇ, ਤਾਂ ਉੱਤਰ ਦਿੰਦੇ ਹਨ ਕਿ ਇਹ ਵੀ ਕਈ ਲੋਕ ਕਰਕੇ ਹੁੱਟ ਗਏ ਹਨ। ਮਨ ਕੋਰੇ ਦਾ ਕੋਰਾ ਹੀ ਰਿਹਾ, ਉਸ ਉੱਤੇ ਭੈ ਨਾ ਪਿਆ, ਵੈਰਾਗ ਨਾ ਹੋਇਆ। ਹੁਣ ਨਾਮ ਦਾ ਰੰਗ, ਭਗਤੀ ਦਾ ਭਾਵ, ਗਿਆਨ ਦਾ ਪ੍ਰਕਾਸ਼ ਵੰਨ ਉਸ ਤੇ ਕੀਕੂ ਚੜੇ। ਇਹ ਦਾਤ ਗੁਰੂ ਉਪਦੇਸ਼ ਤੇ ਗੁਰੂ ਦੀ ਮਿਹਰ ਨਾਲ ਮਿਲਣੀ ਹੋਈ। ਫਿਰ ਕੋਈ ਕਹਿ ਸਕਦਾ ਹੈ ਕਿ ਜੀ ਕਈ ਵਿਦਵਾਨ ਕਥਾ ਵਾਰਤਾ ਕਰਦੇ ਆਪੂ ਬਣੇ ਹੋਏ ਗਿਆਨਵਾਨ ਕਹਿੰਦੇ ਸੁਣੀਦੇ ਹਨ ਕਿ ਅਸੀਂ ਪ੍ਰਮਾਤਮਾ ਨੂੰ ਪ੍ਰਾਪਤ ਹਾਂ, ਅਸਾਂ ਆਤਮਾ ਆਨੰਦ ਪਾਇਆ ਹੈ, ਜੀਵਨ ਮੁਕਤੀ ਦਾ ਰਸ ਮਾਣਦੇ ਹਾਂ। ਗੁਰੂ ਜੀ ਕਹਿੰਦੇ ਹਨ ਕਿ ਜੇ ਕੋਈ ਐਸਾ ਕਰਦਾ ਹੈ ਕਿ ਬਿਨ ਪਾਏ ਦਾਵਾ ਬੰਨ੍ਹਦਾ ਹੈ ਤਾਂ ਉਹ ਝੂਠ ਬੋਲਦਾ ਹੈ ਤੇ ਆਪਣੇ ਕਿਸੇ ਸਵਾਰਥ ਲਈ ਕਪਟ ਕਰਦਾ ਹੈ। ਉਹ ਸਦਗਤੀ ਨੂੰ ਨਹੀਂ ਪ੍ਰਾਪਤ ਹੋਵੇਗਾ। ਉਸ ਦਾ ਹਿਸਾਬ ਕਰਮ ਬੱਧ ਸ੍ਰਿਸ਼ਟੀ ਵਾਂਗੂ ਕਰਮਾਂ ਅਨੁਸਾਰ ਹੋਵੇਗਾ। ਜੋ ਕਰੇਗਾ ਸੋ ਭਰੇ ਭੋਗੇਗਾ। ਉਹ ਭਗਤ ਗਿਆਨੀ ਵਾਂਗੂ ਬਖਸ਼ਿਸ਼ ਦੇ ਮੰਡਲ ਵਿੱਚ ਨਹੀਂ ਹੋਵੇਗਾ। ਕਰਮ ਜਾਲ ਤੋਂ ਉੱਚੇ ਸੁਤੰਤਰਤਾ ਦੇ ਪਵਿੱਤਰ ਗਗਨਾਂ ਵਿੱਚ ਉਸ ਦੀ ਉਡਾਰੀ ਨਹੀਂ ਹੋਵੇਗੀ। ਇਹ ਗੱਲ ਅੰਕ 3 ਵਿੱਚ ਮੁੱਕੀ। ਹੁਣ ਗੁਰੂ ਜੀ ਦਾ ਜਗਤ ਪ੍ਰੇਮ ਨਾਲ ਭਰਿਆ ਹਿਰਦਾ ਦਰਵਦਾ ਹੈ ਤੇ ਇਹਨਾਂ ਮੋਹ, ਮਾਇਆ, ਅਗਿਆਨ ਤੇ ਵਿਸ਼ੇ ਵਿਕਾਰਾਂ ਵਿੱਚ ਫਾਥੇ ਕਰਮ ਜਾਲ ਵਿੱਚ ਤੜਫਦੇ ਲੋਕਾਂ ਦੀ ਕਲਿਆਣ ਲਈ ਅਰਦਾਸਾਂ ਕਰਦੇ ਹਨ ਤੇ ਆਖਦੇ ਹਨ ਕਿ ਜੀਵ ਸਾਰੇ ਆਪ ਦੇ ਰਚੇ ਹੋਏ ਨੇ, ਇਸ ਲਈ ਆਪਦੇ ਹਨ, ਤੂੰ ਹੀ ਇਹਨਾਂ ਦੀ ਰਾਸ ਪੂੰਜੀ ਹੈ। ਚਾਹੋ ਇਹ ਜਾਣਨ ਤੇ ਚਾਹੋ ਨਾ ਜਾਣਨ, ਤੇਰੇ ਸਿਵਾ ਜੀਵਾਂ ਦਾ ਵਾਹਿਰੂ ਹੋਰ ਕੌਣ ਹੈ। ਇਸ ਕਰਕੇ ਜਾਣੇ ਅਣਜਾਣੇ ਸਭ ਦੀ ਆਸ ਆਪ ਉੱਤੇ ਹੈ। ਫਿਰ ਆਪ ਦਾ ਸੁਭਾਵ, ਆਪ ਦਾ ਬਿਰਦ ਦਾਨ ਹੈ। ਆਪ ਦੇ ਦਰੋਂ ਕੋਈ ਖਾਲੀ ਨਹੀਂ ਮੁੜਦਾ। ਇਹਨਾਂ ਨੂੰ ਸਭ ਕੁਝ ਆਪ ਦੇ ਰਹੇ ਹੋ। ਹੁਣ ਇਹਨਾਂ ਨੂੰ ਇਹ ਦਾਨ ਵੀ ਦਿਓ ਕਿ ਵਿਸ਼ਿਆਂ ਦੇ ਸਮੁੰਦਰ ਵਿੱਚ ਡੁੱਬਦਿਆਂ ਨੂੰ ਕੱਢ ਲਓ ਤੇ ਨਾਮ ਦਾਨ ਬਖਸ਼ ਦਿਓ, ਜੋ ਇਹ ਵੀ ਗੁਰਮੁਖ ਬਣ ਜਾਣ। ਜਿਵੇਂ ਗੁਰਮੁਖਾਂ ਨੂੰ ਤੇਰੇ ਦਰ ਸ਼ਾਬਾਸ਼ ਮਿਲਦੀ ਹੈ, ਤਿਵੇਂ ਇਹਨਾਂ ਨੂੰ ਇਹ ਦਾਤ ਵੀ ਮਿਲੇ। ਇਹ ਵਿਸ਼ੇ ਵਿਕਾਰਾਂ ਵਿੱਚ ਖਚਤ ਲੋਕ ਵੈਰਾਗ ਵਿੱਚ ਆ ਕੇ ਧੋਤੇ ਜਾਣ, ਨਾਮ ਦਾ ਰੰਗ ਚੜੇ ਤੇ ਗੁਰਮੁਖ ਹੋ ਜਾਣ ਤੇ ਦਰ ਗਏ ਸ਼ੋਭਾ ਪਾਉਣ। ਨਿਰੁਕਤ। ਬਿਰਹੋਂ ਦਾ ਭਾਵ ਹੈ ਵਿਛੋੜਾ, ਵਿਛੋੜੇ ਦੀ ਕਸਕ ਪੀੜ ਭਾਵ ਪ੍ਰੇਮ। ਅਗਲਾ ਦਾ ਭਾਵ ਹੈ ਬਹੁਤਾ। ਅਤ ਅਗਲਾ ਦਾ ਭਾਵ ਹੈ ਅਤ ਦਾ ਬਹੁਤਾ। ਸੱਜਣਾ ਦਾ ਭਾਵ ਹੈ ਪਦ ਬਹੁਵਚਨ ਹੋਣ ਕਰਕੇ ਗੁਰਮੁਖਾਂ ਦਾ ਵਾਚਕ ਸਹੀ ਹੁੰਦਾ ਹੈ, ਪਰ ਅਗਲੀ ਤੁਕ ਵਿੱਚ ਪਦ ਸਤਿਗੁਰੂ ਪਿਆ ਹੈ, ਜਿਸ ਕਰਕੇ ਇਸ ਦਾ ਭਾਵ ਵੀ ਸਤਿਗੁਰੂ ਹੈ। ਬਹੁਵਚਨ ਅਦਬ ਕਰਕੇ ਵਰਤਿਆ ਹੈ।